ਮੇਰਾ ਨਾਂ ਰੂਬੀ ਹੈ ਅਤੇ ਮੈਂ ਇੱਕ ਗਰੀਬ ਘਰ ਨਾਲ ਸੰਬੰਧ ਰੱਖਦੀ ਹਾਂ। ਸਾਡੇ ਘਰ ਵਿੱਚ ਗਰੀਬੀ ਪਹਿਲਾਂ ਬਿਲਕੁਲ ਨਹੀਂ ਸੀ, ਪਰ ਜਦੋਂ ਤੋਂ ਮੇਰੇ ਪਾਪਾ ਦਾ ਸਵਰਗਵਾਸ ਹੋਇਆ ਹੈ ਤਾਂ ਸਾਡੇ ਘਰ ਵਿੱਚ ਗਰੀਬੀ ਨੇ ਹਮੇਸ਼ਾ ਲਈ ਡੇਰੇ ਪਾ ਲਏ। ਅਸੀਂ 3 ਭੈਣਾਂ ਸੀ ਅਤੇ ਮੈਂ ਦੂਜੇ ਨੰਬਰ 'ਤੇ ਸੀ। ਮੇਰੀ ਮੰਮੀ ਨੇ ਇਕੱਲੇ ਹੀ ਸਾਨੂੰ ਪਾਲਿਆ ਸੀ, ਕਿਉਂਕਿ ਮੇਰੇ ਪਾਪਾ ਦੇ ਜਾਣ ਤੋਂ ਬਾਅਦ ਸਾਡੇ ਰਿਸ਼ਤੇਦਾਰਾਂ ਨੇ ਵੀ ਸਾਡੇ ਤੋਂ ਮੂੰਹ ਮੋੜ ਲਿਆ ਸੀ। ਇਸ ਲਈ ਮੇਰੀ ਮੰਮੀ ਨੇ ਸਾਨੂੰ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜ ਕੇ ਪਾਲਿਆ ਸੀ। ਹੁਣ ਅਸੀਂ ਵੱਡੀਆਂ ਹੁੰਦੀਆਂ ਜਾ ਰਹੀਆਂ ਸੀ, ਇਸ ਲਈ ਸਾਡਾ ਵੀ ਫਰਜ਼ ਸੀ ਕਿ ਅਸੀਂ ਆਪਣੀ ਮੰਮੀ ਦਾ ਸਹਾਰਾ ਬਣੀਏ। ਇਸ ਲਈ ਮੇਰੀ ਵੱਡੀ ਭੈਣ ਨੇ ਇੱਕ ਛੋਟੀ ਜਿਹੀ ਕੰਪਨੀ ਵਿੱਚ ਨੌਕਰੀ ਕਰ ਲਈ, ਕਿਉਂਕਿ ਮੇਰੀ ਮੰਮੀ ਨੇ ਉਸ ਨੂੰ 12ਵੀਂ ਕਲਾਸ ਤੱਕ ਪੜ੍ਹਾਇਆ ਸੀ। ਜਦੋਂ ਮੇਰੀ ਭੈਣ ਨੇ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਸਾਡੇ ਘਰ ਦਾ ਖਰਚਾ ਵੀ ਚੱਲਣ ਲੱਗ ਪਿਆ। ਪਰ ਕੁਝ ਹੀ ਦੇਰ ਬਾਅਦ ਉਸ ਨੂੰ ਉਸੇ ਦਫ਼ਤਰ ਵਿੱਚ ਕੰਮ ਕਰਨ ਵਾਲੇ ਇੱਕ ਮੁੰਡੇ ਨਾਲ ਪਿਆਰ ਹੋ ਗਿਆ ਅਤੇ ਜਲਦੀ ਹੀ ਉਸਨੇ ਕਿਹਾ ਕਿ ਮੇਰਾ ਵਿਆਹ ਕਰਵਾ ਦਿਓ। ਮੇਰੀ ਮੰਮੀ ਨੇ ਵੀ ਸੋਚਿਆ ਕਿ ਉਹਨਾਂ ਦੀ ਵੱਡੀ ਬੇਟੀ ਲਈ ਇੱਕ ਵਧੀਆ ਰਿਸ਼ਤਾ ਆਇਆ ਹੈ, ਇਸ ਲਈ ਉਹਨਾਂ ਨੇ ਮਨਾ ਨਹੀਂ ਕੀਤਾ। ਮੁੰਡੇ ਵਾਲਿਆਂ ਨੇ ਕਿਹਾ ਕਿ ਉਹਨਾਂ ਨੂੰ ਦਹੇਜ ਦੀ ਬਿਲਕੁਲ ਵੀ ਲੋੜ ਨਹੀਂ ਹੈ, ਉਹ ਮੇਰੀ ਭੈਣ ਨੂੰ ਬਸ 2 ਜੋੜੇ ਕੱਪੜਿਆਂ ਵਿੱਚ ਲੈ ਜਾਣਗੇ। ਮੇਰੀ ਮੰਮੀ ਨੂੰ ਹੋਰ ਕੀ ਚਾਹੀਦਾ ਸੀ, ਇਸ ਲਈ ਉਹਨਾਂ ਨੇ ਦੋਵਾਂ ਦਾ ਜਲਦੀ ਹੀ ਵਿਆਹ ਕਰਵਾ ਦਿੱਤਾ। ਮੇਰੀ ਭੈਣ ਕੁਝ ਦਿਨਾਂ ਤੱਕ ਤਾਂ ਉਸੇ ਮੁੰਡੇ ਨਾਲ ਉਸੇ ਦਫ਼ਤਰ ਵਿੱਚ ਨੌਕਰੀ ਕਰਦੀ ਰਹੀ, ਪਰ ਫਿਰ ਉਸਦਾ ਪਤੀ ਵਿਦੇਸ਼ ਚਲਾ ਗਿਆ ਅਤੇ ਉਹ ਉੱਥੋਂ ਹਰ ਮਹੀਨੇ ਕਾਫੀ ਪੈਸੇ ਭੇਜਦਾ ਸੀ। ਹੁਣ ਮੇਰੀ ਭੈਣ ਵੀ ਆਪਣੇ ਘਰ ਵਿੱਚ ਬਹੁਤ ਖੁਸ਼ ਸੀ ਅਤੇ ਉਹ ਉਹਨਾਂ ਪੈਸਿਆਂ ਵਿੱਚੋਂ ਸਾਨੂੰ ਵੀ ਕੁਝ ਪੈਸੇ ਦੇਣ ਆਉਂਦੀ ਸੀ। ਪਰ ਮੇਰੀ ਮੰਮੀ ਹਰ ਵਾਰ ਉਹ ਪੈਸੇ ਲੈਣ ਤੋਂ ਮਨਾ ਕਰ ਦਿੰਦੀ ਸੀ, ਕਿਉਂਕਿ ਉਹਨਾਂ ਦੇ ਅਨੁਸਾਰ ਧੀ ਦੇ ਘਰ ਦਾ 1 ਰੁਪਿਆ ਲੈਣਾ ਵੀ ਗਲਤ ਹੈ। ਸਾਡੇ ਘਰ ਵਿੱਚ ਦੁਬਾਰਾ ਗਰੀਬੀ ਆਉਣ ਲੱਗੀ, ਕਿਉਂਕਿ ਇੰਨੇ ਸਾਲਾਂ ਵਿੱਚ ਅਸੀਂ ਜਿੰਨੇ ਵੀ ਪੈਸੇ ਜਮ੍ਹਾਂ ਕੀਤੇ ਸਨ ਉਹ ਸਾਰੇ ਮੇਰੀ ਭੈਣ ਦੇ ਵਿਆਹ ਵਿੱਚ ਖਰਚ ਹੋ ਗਏ ਸਨ। ਹੁਣ ਮੇਰੀ ਮੰਮੀ ਦੁਬਾਰਾ ਸਿਲਾਈ ਕਢਾਈ ਦਾ ਕੰਮ ਕਰਨ ਲੱਗੀ ਅਤੇ ਮੈਂ ਵੀ ਕਿਸੇ ਥਾਂ ਨੌਕਰੀ ਦੀ ਭਾਲ ਕਰਨ ਲੱਗੀ, ਕਿਉਂਕਿ ਮੇਰੀ 12ਵੀਂ ਕਲਾਸ ਪੂਰੀ ਹੋਣ ਵਾਲੀ ਸੀ। ਪਰ ਮੈਨੂੰ ਕਿਤੇ ਵੀ ਚੰਗੀ ਨੌਕਰੀ ਨਹੀਂ ਮਿਲ ਰਹੀ ਸੀ, ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ 12ਵੀਂ ਕਲਾਸ ਕੁਝ ਵੀ ਨਹੀਂ ਹੁੰਦੀ। ਮੇਰੀ ਮੰਮੀ ਨੂੰ ਹੈਪੇਟਾਈਟਸ ਸੀ ਹੋ ਗਿਆ ਸੀ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਮੈਂ ਉਹਨਾਂ ਦਾ ਇਲਾਜ ਕਿਵੇਂ ਕਰਵਾਵਾਂ। ਇਹ ਖਤਰਨਾਕ ਬਿਮਾਰੀ ਤਾਂ ਇਨਸਾਨ ਨੂੰ ਖਾ ਜਾਂਦੀ ਹੈ। ਜੇਕਰ ਜਲਦੀ ਹੀ ਮੇਰੀ ਮੰਮੀ ਦਾ ਇਲਾਜ ਨਾ ਹੋਇਆ ਤਾਂ ਉਹਨਾਂ ਦੀ ਮੌਤ ਵੀ ਹੋ ਸਕਦੀ ਹੈ। ਇਹ ਸੋਚ ਕੇ ਮੇਰਾ ਦਿਲ ਦਹਿਲ ਜਾਂਦਾ ਸੀ। ਮੇਰੇ ਹੱਥ ਹਰ ਪਾਸਿਓਂ ਬੰਨੇ ਹੋਏ ਸਨ। ਫਿਰ ਕੁਝ ਦਿਨਾਂ ਵਿੱਚ ਉਹ ਹੋਇਆ ਜਿਸ ਦੇ ਬਾਰੇ ਵਿੱਚ ਅਸੀਂ ਸੋਚ ਵੀ ਨਹੀਂ ਸਕਦੇ ਸੀ। ਮੇਰੀ ਸਭ ਤੋਂ ਛੋਟੀ ਭੈਣ ਜਦੋਂ ਕਾਲਜ ਤੋਂ ਆਈ ਤਾਂ ਕਹਿਣ ਲੱਗੀ, ਮੈਂ ਵੀ ਵਿਆਹ ਕਰਨਾ ਚਾਹੁੰਦੀ ਹਾਂ। ਅਸੀਂ ਉਸ ਦੀ ਗੱਲ ਸੁਣ ਕੇ ਹੈਰਾਨ ਰਹਿ ਗਏ ਅਤੇ ਕਹਿਣ ਲੱਗੇ ਕਿ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈ। ਆਪਣੀ ਉਮਰ ਦਾ ਲਿਹਾਜ਼ ਤਾਂ ਕਰ, ਹਲੇ ਤੂੰ ਸਿਰਫ 17 ਸਾਲ ਦੀ ਹੈ। ਪਰ ਸਾਡੀਆਂ ਗੱਲਾਂ ਨਾਲ ਉਸ ਦੇ ਕੰਨ ਤੇ ਜੂੰ ਤੱਕ ਨਹੀਂ ਰਹਿੰਗੀ ਅਤੇ ਉਹ ਕਹਿਣ ਲੱਗੀ ਕਿ ਮੈਂ ਵੀ ਵੱਡੀ ਭੈਣ ਦੀ ਤਰ੍ਹਾਂ ਮੁੰਡਾ ਪਸੰਦ ਕਰ ਲਿਆ ਹੈ ਅਤੇ ਉਹ ਬਹੁਤ ਜ਼ਿਆਦਾ ਅਮੀਰ ਹੈ। ਜੇਕਰ ਤੁਸੀਂ ਮੇਰਾ ਵਿਆਹ ਕਰਵਾਉਣਾ ਚਾਹੁੰਦੇ ਹੋ ਤਾਂ ਠੀਕ ਹੈ, ਨਹੀਂ ਤਾਂ ਫਿਰ ਮੈਂ ਆਪੇ ਉਸ ਨਾਲ ਵਿਆਹ ਕਰਵਾ ਲਵਾਂਗੀ। ਆਪਣੀ ਛੋਟੀ ਭੈਣ ਦੇ ਅਜਿਹੇ ਰੰਗ ਦੇਖ ਕੇ ਮੈਂ ਹੈਰਾਨ ਰਹਿ ਗਈ, ਜਦੋਂ ਕਿ ਮੰਮੀ ਤਾਂ ਬਿਲਕੁਲ ਹੀ ਚੁੱਪ ਹੋ ਗਈ ਸੀ। ਉਸ ਮੁੰਡੇ ਦੇ ਪਿਆਰ ਦਾ ਭੂਤ ਉਸ ਦੇ ਸਿਰ ਤੇ ਬੁਰੀ ਤਰ੍ਹਾਂ ਚੜ੍ਹ ਗਿਆ ਸੀ, ਇਸੇ ਕਰਕੇ ਉਹ ਬਾਗੀ ਹੋ ਗਈ ਸੀ। ਮੇਰੀ ਮੰਮੀ ਨੇ ਉਸ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਸਮਝ ਵਿੱਚ ਕੁਝ ਨਹੀਂ ਆ ਰਿਹਾ ਸੀ। ਆਖਰਕਾਰ ਮੇਰੀ ਮੰਮੀ ਨੂੰ ਹੀ ਹਾਰ ਮੰਨਣੀ ਪਈ, ਕਿਉਂਕਿ ਉਸਨੇ ਸਾਰਾ ਘਰ ਸਿਰ ਤੇ ਚੁੱਕਿਆ ਹੋਇਆ ਸੀ ਅਤੇ ਲੜਾਈ ਕਰਨ ਲੱਗ ਪਈ ਸੀ। ਉਸਨੇ ਖਾਣਾ ਪੀਣਾ ਬੰਦ ਕਰ ਦਿੱਤਾ ਸੀ ਅਤੇ ਬਸ ਇੱਕ ਜਿੱਦ ਫੜ ਲਈ ਸੀ ਕਿ ਮੇਰਾ ਵਿਆਹ ਉਸੇ ਮੁੰਡੇ ਨਾਲ ਕਰੋ। ਤਾਂ ਫਿਰ ਮੰਮੀ ਨੇ ਕਿਹਾ ਕਿ ਠੀਕ ਹੈ, ਤੂੰ ਉਸ ਮੁੰਡੇ ਨੂੰ ਅਤੇ ਉਸਦੇ ਮਾਂ-ਬਾਪ ਨੂੰ ਸਾਡੇ ਘਰ ਬੁਲਾ ਲੈ। ਇਹ ਸੁਣ ਕੇ ਉਹ ਖੁਸ਼ ਹੋ ਗਈ ਅਤੇ ਅਗਲੇ ਹੀ ਦਿਨ ਉਹ ਮੁੰਡਾ ਆਪਣੇ ਮਾਂ-ਬਾਪ ਨੂੰ ਲੈ ਕੇ ਸਾਡੇ ਘਰ ਆ ਗਿਆ। ਜਦੋਂ ਉਹ ਮਾਂ-ਬਾਪ ਨਾਲ ਸਾਡੇ ਘਰ ਆਇਆ ਤਾਂ ਮੇਰੀ ਮੰਮੀ ਨੂੰ ਕੁਝ ਤਸੱਲੀ ਹੋਈ, ਕਿਉਂਕਿ ਪਹਿਲਾਂ ਸਾਨੂੰ ਲੱਗ ਰਿਹਾ ਸੀ ਕਿ ਸ਼ਾਇਦ ਉਹ ਮੇਰੀ ਭੈਣ ਨੂੰ ਧੋਖਾ ਨਾ ਦੇ ਰਿਹਾ ਹੋਵੇ। ਦੋਵੇਂ ਪਰਿਵਾਰਾਂ ਵਿੱਚ ਗੱਲਬਾਤ ਹੋਈ ਅਤੇ ਉਹਨਾਂ ਨੇ ਰਿਸ਼ਤਾ ਪੱਕਾ ਕਰ ਦਿੱਤਾ। ਪਰ ਉਹਨਾਂ ਦੇ ਅਤੇ ਸਾਡੇ ਪਰਿਵਾਰ ਵਿੱਚ ਬਹੁਤ ਵੱਡਾ ਫਰਕ ਸੀ, ਕਿਉਂਕਿ ਉਹ ਬਹੁਤ ਅਮੀਰ ਸਨ ਅਤੇ ਸਾਨੂੰ 2 ਵਕਤ ਦੀ ਰੋਟੀ ਵੀ ਬੜੀ ਮੁਸ਼ਕਿਲ ਨਾਲ ਮਿਲਦੀ ਸੀ। ਉਹਨਾਂ ਨੇ ਦਾਜ ਲੈਣ ਤੋਂ ਬਿਲਕੁਲ ਹੀ ਮਨਾ ਕਰ ਦਿੱਤਾ ਸੀ, ਪਰ ਫਿਰ ਵੀ ਅਸੀਂ ਆਪਣੀ ਭੈਣ ਨੂੰ ਕੁਝ ਨਾ ਕੁਝ ਤਾਂ ਦੇਣਾ ਹੀ ਸੀ। ਇਸੇ ਕਰਕੇ ਮੇਰੀ ਮੰਮੀ ਨੇ ਕਈ ਜਗ੍ਹਾ ਤੋਂ ਲੱਖਾਂ ਰੁਪਏ ਕਰਜ਼ਾ ਲੈ ਲਿਆ। ਮੇਰੀ ਭੈਣ ਦਾ ਵਿਆਹ ਤਾਂ ਹੋ ਗਿਆ, ਪਰ ਉਸ ਦੇ ਵਿਆਹ ਤੋਂ ਬਾਅਦ ਅਸੀਂ ਭਾਰੀ ਕਰਜ਼ੇ ਥੱਲੇ ਦਬ ਗਏ। ਇਹ ਸਮਾਂ ਸਾਡੇ ਲਈ ਬਹੁਤ ਔਖਾ ਸਾਬਿਤ ਹੋਇਆ।
ਹਰ ਮਹੀਨੇ ਹਜ਼ਾਰਾਂ ਰੁਪਏ ਦੀ ਕਿਸ਼ਤ ਭਰਨਾ ਸਾਡੇ ਲਈ ਬਹੁਤ ਮੁਸ਼ਕਿਲ ਹੁੰਦਾ ਜਾ ਰਿਹਾ ਸੀ, ਕਿਉਂਕਿ ਸਿਲਾਈ ਕਢਾਈ ਦੇ ਕੰਮ ਨਾਲ ਸਿਰਫ ਘਰ ਦਾ ਖਰਚਾ ਹੀ ਨਿਕਲਦਾ ਸੀ। ਕਰਜ਼ਦਾਰ ਹਰ ਮਹੀਨੇ ਸਾਡੇ ਘਰ ਦੇ ਸਾਹਮਣੇ ਆ ਕੇ ਖੜੇ ਹੋ ਜਾਂਦੇ ਅਤੇ ਕਿਸ਼ਤ ਮੰਗਦੇ। ਮੇਰੀ ਮੰਮੀ ਉਹਨਾਂ ਨੂੰ ਹੱਥ ਜੋੜ ਕੇ ਵਾਪਸ ਭੇਜਦੀ ਅਤੇ ਦੂਜੇ ਮਹੀਨੇ ਦੇ ਆਖਿਰ ਤੱਕ ਜੋੜ ਤੋੜ ਕਰਕੇ ਕਿਸ਼ਤ ਪੂਰੀ ਕਰਦੀ। ਪਰ ਇਹ ਕੋਈ ਇੱਕ ਮਹੀਨੇ ਦੀ ਗੱਲ ਨਹੀਂ ਸੀ। ਮੇਰੀ ਮੰਮੀ ਤਾਂ ਪਹਿਲਾਂ ਹੀ ਹੈਪੇਟਾਈਟਸ ਦੀ ਮਰੀਜ਼ ਸੀ ਅਤੇ ਇਸ ਕਰਜ਼ ਨੇ ਉਹਨਾਂ ਨੂੰ ਹੋਰ ਬਿਮਾਰ ਕਰ ਦਿੱਤਾ ਸੀ। ਫਿਰ ਇੱਕ ਦਿਨ ਤਾਂ ਕਰਜ਼ਦਾਰਾਂ ਨੇ ਕਿਸ਼ਤ ਨਾ ਮਿਲਣ 'ਤੇ ਘਰ ਦਾ ਸਾਰਾ ਸਮਾਨ ਤਹਿਸ਼-ਨਹਿਸ਼ ਕਰ ਦਿੱਤਾ ਅਤੇ ਘਰ ਦੀਆਂ ਕੀਮਤੀਆਂ ਚੀਜ਼ਾਂ ਚੁੱਕ ਕੇ ਲੈ ਗਏ। ਇਹ ਝਗੜਾ ਮੇਰੀ ਮੰਮੀ ਤੋਂ ਬਰਦਾਸ਼ਤ ਨਹੀਂ ਹੋਇਆ ਅਤੇ ਉਹਨਾਂ ਨੂੰ ਹਾਰਟ ਅਟੈਕ ਆ ਗਿਆ। ਮੈਂ ਉਹਨਾਂ ਨੂੰ ਲੈ ਕੇ ਹਸਪਤਾਲ ਗਈ। ਉਹ ਠੀਕ ਤਾਂ ਹੋ ਗਈ, ਪਰ ਬਹੁਤ ਜ਼ਿਆਦਾ ਉਦਾਸ ਹੋ ਗਈ ਸੀ। ਮੰਮੀ ਕਹਿਣ ਲੱਗੀ ਹੁਣ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਰਿਹਾ। ਉਹਨਾਂ ਨੂੰ ਲੱਗਣ ਲੱਗਿਆ ਸੀ ਜਿਵੇਂ ਉਹ ਬਹੁਤ ਜਲਦੀ ਇਸ ਦੁਨੀਆ ਤੋਂ ਚਲੀ ਜਾਵੇਗੀ। ਮੰਮੀ ਦੀ ਇਹ ਗੱਲ ਸੁਣ ਕੇ ਮੈਂ ਵੀ ਰੋਣ ਲੱਗ ਜਾਂਦੀ, ਕਿਉਂਕਿ ਹੁਣ ਮੇਰੀਆਂ ਭੈਣਾਂ ਦਾ ਵੀ ਵਿਆਹ ਹੋ ਚੁੱਕਿਆ ਸੀ ਅਤੇ ਮੇਰੇ ਪਾਪਾ ਵੀ ਇਸ ਦੁਨੀਆ ਵਿੱਚ ਨਹੀਂ ਸਨ। ਜੇਕਰ ਮੰਮੀ ਵੀ ਮੈਨੂੰ ਛੱਡ ਕੇ ਚਲੀ ਜਾਵੇਗੀ ਤਾਂ ਇਸ ਪੂਰੀ ਦੁਨੀਆ ਵਿੱਚ ਮੇਰਾ ਹੋਰ ਕੋਈ ਸਹਾਰਾ ਨਹੀਂ ਰਹਿ ਜਾਵੇਗਾ। ਮੈਂ ਆਪਣੀ ਮੰਮੀ ਨੂੰ ਹੌਸਲਾ ਦੇਣ ਅਤੇ ਉਹਨਾਂ ਦੀ ਹਿੰਮਤ ਵਧਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਦਿਨ ਬ ਦਿਨ ਉਦਾਸ ਹੁੰਦੀ ਜਾ ਰਹੀ ਸੀ। ਉਹਨਾਂ ਦਿਨਾਂ ਵਿੱਚ ਹੀ ਸਾਡੇ ਮੁਹੱਲੇ ਵਿੱਚ ਇੱਕ ਮੁੰਡਾ ਆ ਕੇ ਰਹਿਣ ਲੱਗਿਆ। ਉਹ ਬਹੁਤ ਚੰਗਾ ਸੀ ਅਤੇ ਹਰ ਮਾਮਲੇ ਵਿੱਚ ਸਾਡੀ ਮਦਦ ਕਰਦਾ ਸੀ। ਕਈ ਵਾਰ ਤਾਂ ਉਸਨੇ ਆਪਣੀ ਜੇਬ ਵਿੱਚੋਂ ਕਰਜ਼ਦਾਰਾਂ ਨੂੰ ਪੈਸੇ ਕੱਢ ਕੇ ਦਿੱਤੇ ਸਨ। ਇਸੇ ਕਰਕੇ ਮੇਰੀ ਮੰਮੀ ਉਸ ਉੱਪਰ ਬਹੁਤ ਭਰੋਸਾ ਕਰਨ ਲੱਗੀ ਸੀ। ਉਸਨੇ ਦੱਸਿਆ ਕਿ ਉਹ ਅਨਾਥ ਹੈ, ਉਸਦਾ ਇਸ ਦੁਨੀਆ ਵਿੱਚ ਕੋਈ ਵੀ ਨਹੀਂ ਹੈ। ਇਸ ਗੱਲ ਤੋਂ ਬਾਅਦ ਮੇਰੀ ਮੰਮੀ ਉਸ ਨਾਲ ਹੋਰ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਪੇਸ਼ ਆਉਣ ਲੱਗੀ। ਫਿਰ ਇੱਕ ਦਿਨ ਮੇਰੀ ਮੰਮੀ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਅਤੇ ਉਹ ਮੇਰੀ ਮੰਮੀ ਨੂੰ ਲੈ ਕੇ ਹਸਪਤਾਲ ਆ ਗਿਆ। ਉੱਥੇ ਡਾਕਟਰਾਂ ਨੇ ਮੇਰੀ ਮੰਮੀ ਨੂੰ ਕਿਹਾ ਕਿ ਉਹਨਾਂ ਦੀ ਬਿਮਾਰੀ ਬਹੁਤ ਵੱਧ ਚੁੱਕੀ ਹੈ, ਇਸ ਲਈ ਉਹ ਥੋੜੇ ਦਿਨਾਂ ਦੀ ਹੀ ਮਹਿਮਾਨ ਹੈ। ਇਹ ਗੱਲ ਸੁਣ ਕੇ ਮੇਰੇ ਸਿਰ ਉੱਪਰ ਜਿਵੇਂ ਕੋਈ ਪਹਾੜ ਟੁੱਟ ਗਿਆ ਹੋਵੇ। ਫਿਰ ਮੇਰੀ ਮੰਮੀ ਨੇ ਕਿਹਾ ਕਿ ਮੈਂ ਤੇਰਾ ਜਲਦੀ ਤੋਂ ਜਲਦੀ ਵਿਆਹ ਕਰਵਾਉਣਾ ਚਾਹੁੰਦੀ ਹਾਂ। ਮੰਮੀ ਨੇ ਸਾਡੇ ਨੇੜੇ ਤੇੜੇ ਬਹੁਤ ਮੁੰਡੇ ਦੇਖੇ, ਪਰ ਕੋਈ ਵੀ ਸਾਡੀ ਗਰੀਬੀ ਅਤੇ ਕਰਜ਼ੇ ਨੂੰ ਦੇਖ ਕੇ ਮੇਰੇ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ। ਇਸੇ ਕਰਕੇ ਮੇਰੀ ਮੰਮੀ ਨੇ ਮੇਰਾ ਵਿਆਹ ਉਸ ਮੁੰਡੇ ਨਾਲ ਕਰਵਾ ਦਿੱਤਾ ਜੋ ਮੁਹੱਲੇ ਵਿੱਚ ਨਵਾਂ ਆਇਆ ਸੀ। ਵਿਆਹ ਤੋਂ ਬਾਅਦ ਮੈਂ ਆਪਣੇ ਘਰ ਵਿੱਚ ਹੀ ਆਪਣੀ ਮੰਮੀ ਨਾਲ ਰਹਿੰਦੀ ਸੀ, ਕਿਉਂਕਿ ਉਸ ਮੁੰਡੇ ਦਾ ਕਹਿਣਾ ਸੀ ਕਿ ਜਦੋਂ ਤੱਕ ਉਹ ਆਪਣਾ ਘਰ ਨਹੀਂ ਖਰੀਦ ਲੈਂਦਾ ਉਦੋਂ ਤੱਕ ਮੇਰੀ ਪਤਨੀ ਇਸੇ ਘਰ ਵਿੱਚ ਰਹੇਗੀ। ਉਂਝ ਵੀ ਮੇਰੀ ਮੰਮੀ ਦੀ ਤਬੀਅਤ ਬਹੁਤ ਖਰਾਬ ਸੀ ਅਤੇ ਮੈਂ ਉਹਨਾਂ ਨੂੰ ਛੱਡ ਕੇ ਕਿਤੇ ਨਹੀਂ ਜਾਣਾ ਚਾਹੁੰਦੀ ਸੀ। ਮੇਰੇ ਪਤੀ ਨੇ ਮੇਰੇ ਉੱਪਰ ਕੋਈ ਰੋਕ ਟੋਕ ਨਹੀਂ ਲਗਾਈ ਅਤੇ 1 ਮਹੀਨੇ ਬਾਅਦ ਮੇਰੀ ਮੰਮੀ ਇਸ ਦੁਨੀਆ ਤੋਂ ਚਲੀ ਗਈ। ਮੈਨੂੰ ਉਹਨਾਂ ਦੀ ਮੌਤ ਦਾ ਬਹੁਤ ਡੂੰਘਾ ਦੁੱਖ ਪਹੁੰਚਿਆ। ਆਪਣੀ ਮੰਮੀ ਦੀ ਮੌਤ ਤੋਂ ਬਾਅਦ ਮੈਂ ਵਿਦਾ ਹੋ ਕੇ ਆਪਣੇ ਪਤੀ ਦੇ ਨਾਲ ਆ ਗਈ, ਪਰ ਮੈਂ ਹਾਲੇ ਆਪਣੀ ਮੰਮੀ ਦੇ ਗਮ ਵਿੱਚੋਂ ਬਾਹਰ ਨਹੀਂ ਨਿਕਲੀ ਸੀ ਕਿ ਮੇਰੇ ਉੱਪਰ ਇੱਕ ਬਹੁਤ ਵੱਡਾ ਪਹਾੜ ਟੁੱਟ ਗਿਆ। ਮੇਰਾ ਪਤੀ ਜਿੱਥੇ ਕੰਮ ਕਰਦਾ ਸੀ ਉਸ ਫੈਕਟਰੀ ਵਿੱਚ ਅੱਗ ਲੱਗ ਗਈ, ਜਿਸ ਕਰਕੇ ਮੇਰੇ ਪਤੀ ਦੀ ਉਸ ਅੱਗ ਵਿੱਚ ਜਲਣ ਕਾਰਨ ਮੌਤ ਹੋ ਗਈ। ਮੈਂ ਹੁਣ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ, ਕਿੱਥੇ ਜਾਵਾਂ। ਮੇਰੀਆਂ ਦੋਵੇਂ ਭੈਣਾਂ ਨੇ ਤਾਂ ਪਹਿਲਾਂ ਹੀ ਮੇਰੇ ਨਾਲ ਆਪਣੇ ਸੰਬੰਧ ਤੋੜ ਲਏ ਸਨ। ਜਿਵੇਂ ਮੇਰੇ ਪਾਪਾ ਦੇ ਜਾਣ ਤੋਂ ਬਾਅਦ ਸਭ ਨੇ ਮੇਰੀ ਮੰਮੀ ਨਾਲ ਰਿਸ਼ਤੇ ਤੋੜ ਲਏ ਸਨ। ਹੁਣ ਮੈਂ ਬਿਲਕੁਲ ਇਕੱਲੀ ਰਹਿ ਗਈ ਸੀ। ਮੈਂ ਜਵਾਨੀ ਵਿੱਚ ਹੀ ਵਿਧਵਾ ਹੋ ਗਈ ਸੀ। ਅੱਜ ਮੇਰੇ ਪਤੀ ਨੂੰ ਮਰੇ ਦੂਜਾ ਦਿਨ ਹੀ ਹੋਇਆ ਸੀ ਕਿ ਅਚਾਨਕ ਸ਼ਾਮ ਨੂੰ ਮੇਰੇ ਘਰ ਦੇ ਦਰਵਾਜ਼ੇ 'ਤੇ ਇੱਕ ਫਕੀਰ ਬਾਬਾ ਆਇਆ ਅਤੇ ਕਹਿਣ ਲੱਗਿਆ, ਤੇਰਾ ਪਤੀ ਹਲੇ ਜਿਉਂਦਾ ਹੈ, ਬਸ ਤੂੰ ਰਾਤ ਨੂੰ 3 ਵਜੇ ਸ਼ਮਸ਼ਾਨ ਘਾਟ ਵਿੱਚ ਚਲੀ ਜਾਈਂ। ਉਸ ਦੀਆਂ ਗੱਲਾਂ ਸੁਣ ਕੇ ਮੈਂ ਬਹੁਤ ਜ਼ਿਆਦਾ ਡਰ ਗਈ, ਕਿਉਂਕਿ ਅੱਜ ਕੱਲ੍ਹ ਦੁਨੀਆ ਵਿੱਚ ਧੋਖਾਧੜੀ ਬਹੁਤ ਚੱਲ ਰਹੀ ਹੈ। ਮੈਨੂੰ ਵੀ ਇੰਝ ਹੀ ਲੱਗ ਰਿਹਾ ਸੀ ਕਿ ਕਿਤੇ ਇਹ ਆਦਮੀ ਮੇਰੇ ਨਾਲ ਕੁਝ ਗਲਤ ਕਰਨ ਦਾ ਇਰਾਦਾ ਨਾ ਰੱਖਦਾ ਹੋਵੇ। ਭਲਾ ਰਾਤ ਦੇ 3 ਵਜੇ ਇਕੱਲਾ ਕੋਈ ਸ਼ਮਸ਼ਾਨ ਘਾਟ ਵਿੱਚ ਕਿਵੇਂ ਜਾ ਸਕਦਾ ਹੈ, ਜਦੋਂ ਕਿ ਮੈਂ ਆਪਣੇ ਪਤੀ ਨੂੰ ਆਪਣੀ ਅੱਖਾਂ ਦੇ ਸਾਹਮਣੇ ਮਰਿਆ ਹੋਇਆ ਦੇਖਿਆ ਸੀ। ਮੈਂ ਤੁਰੰਤ ਆਪਣੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ, ਪਰ ਮੈਨੂੰ ਹੈਰਾਨੀ ਉਦੋਂ ਹੋਈ ਜਦੋਂ ਅਗਲੀ ਸ਼ਾਮ ਫਿਰ ਉਹੀ ਫਕੀਰ ਆਇਆ। ਉਸਨੇ ਫਿਰ ਉਹੀ ਸਭ ਕੁਝ ਕਿਹਾ ਅਤੇ ਮੈਂ ਵੀ ਦੁਬਾਰਾ ਉਸਦੇ ਮੂੰਹ 'ਤੇ ਦਰਵਾਜ਼ਾ ਬੰਦ ਕਰ ਦਿੱਤਾ। ਪਰ ਉਹ ਫਕੀਰ ਰੋਜ਼ ਮੇਰੇ ਘਰ ਆਉਣ ਲੱਗਿਆ ਅਤੇ ਕਹਿਣ ਲੱਗਿਆ, ਮੈਂ ਤੇਰਾ ਬੁਰਾ ਨਹੀਂ ਚਾਹੁੰਦਾ, ਤੂੰ ਬਸ ਇੱਕ ਵਾਰ ਰਾਤ ਦੇ 3 ਵਜੇ ਸ਼ਮਸ਼ਾਨ ਘਾਟ ਵਿੱਚ ਜਾ ਕੇ ਦੇਖ, ਤੇਰਾ ਪਤੀ ਜਿਉਂਦਾ ਹੈ। ਆਖਰਕਾਰ ਇੱਕ ਦਿਨ ਮੈਂ ਉਸਦੀ ਗੱਲ ਮੰਨ ਲਈ ਅਤੇ ਸ਼ਮਸ਼ਾਨ ਘਾਟ ਵਿੱਚ ਚਲੀ ਗਈ। ਰਾਤ ਦੇ 3 ਵੱਜ ਰਹੇ ਸਨ।
ਮੈਂ ਉੱਥੇ ਜਾ ਕੇ ਬੈਠ ਗਈ। ਹਾਲੇ ਮੈਨੂੰ ਬੈਠੇ ਕੁਝ ਦੇਰ ਹੀ ਹੋਈ ਸੀ ਕਿ ਮੈਨੂੰ ਇੰਜ ਲੱਗਿਆ ਜਿਵੇਂ ਕੋਈ ਮੇਰੇ ਪਿੱਛੇ ਆ ਰਿਹਾ ਹੈ। ਮੈਂ ਜਿਵੇਂ ਹੀ ਮੁੜ ਕੇ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਨੱਕ ਤੇ ਕਿਸੇ ਨੇ ਨਸ਼ੀਲੀ ਦਵਾਈ ਵਾਲਾ ਰੁਮਾਲ ਰੱਖ ਦਿੱਤਾ ਅਤੇ ਮੈਂ ਉੱਥੇ ਹੀ ਬੇਹੋਸ਼ ਹੋ ਗਈ। ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਇੱਕ ਘਰ ਦੇ ਅੰਦਰ ਬੰਦ ਸੀ, ਪਰ ਉਹ ਮੇਰਾ ਘਰ ਨਹੀਂ ਸੀ। ਉਸ ਘਰ ਵਿੱਚ 2 ਕਮਰੇ ਸਨ ਅਤੇ ਉਸ ਘਰ ਦੀਆਂ ਉੱਚੀਆਂ ਉੱਚੀਆਂ ਕੰਧਾਂ ਸਨ। ਉੱਥੇ ਇੱਕ ਛੋਟੀ ਜਿਹੀ ਰਸੋਈ ਵੀ ਸੀ, ਜਿਸ ਵਿੱਚ ਖਾਣ ਪੀਣ ਦਾ ਸਾਰਾ ਸਮਾਨ ਪਿਆ ਸੀ। ਮੈਨੂੰ ਇਹ ਨਵਾਂ ਘਰ ਦੇਖ ਕੇ ਬਹੁਤ ਡਰ ਲੱਗ ਰਿਹਾ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸ ਆਦਮੀ ਨੇ ਮੈਨੂੰ ਬੇਵਕੂਫ ਬਣਾਇਆ ਹੈ। ਉਹ ਜ਼ਰੂਰ ਮੈਨੂੰ ਕਿਡਨੈਪ ਕਰਨ ਦੀ ਸਾਜ਼ਿਸ਼ ਕਰ ਰਿਹਾ ਹੋਵੇਗਾ, ਪਰ ਇਹ ਲੋਕ ਮੈਨੂੰ ਅਗਵਾ ਕਿਉਂ ਕਰਨਗੇ? ਮੇਰੇ ਕੋਲ ਤਾਂ ਪੈਸੇ ਵੀ ਨਹੀਂ ਹਨ ਜੋ ਮੈਂ ਇਹਨਾਂ ਨੂੰ ਦੇ ਸਕਾਂ, ਅਤੇ ਮੇਰਾ ਕੋਈ ਰਿਸ਼ਤੇਦਾਰ ਵੀ ਨਹੀਂ ਹੈ ਜੋ ਮੈਨੂੰ ਛਡਵਾਉਣ ਲਈ ਆਵੇਗਾ। ਫਿਰ ਪਤਾ ਨਹੀਂ ਇਹਨਾਂ ਲੋਕਾਂ ਨੂੰ ਅਜਿਹਾ ਕਿਹੜਾ ਲਾਲਚ ਸੀ ਜਿਸ ਨੂੰ ਪੂਰਾ ਕਰਨ ਲਈ ਇਹਨਾਂ ਨੇ ਮੈਨੂੰ ਅਗਵਾ ਕਰ ਲਿਆ ਸੀ। ਉਸੇ ਵੇਲੇ ਮੈਨੂੰ ਰਸੋਈ ਵਿੱਚ ਇੱਕ ਚਿੱਠੀ ਪਈ ਮਿਲੀ। ਮੈਂ ਉਸ ਨੂੰ ਪੜ੍ਹਿਆ ਤਾਂ ਮੈਨੂੰ ਪਤਾ ਲੱਗਿਆ ਕਿ ਇਹ ਮੇਰੇ ਲਈ ਹੀ ਲਿਖੀ ਗਈ ਸੀ, ਕਿਉਂਕਿ ਉਸ ਵਿੱਚ ਲਿਖਿਆ ਹੋਇਆ ਸੀ ਘਰ ਵਿੱਚ ਜ਼ਰੂਰਤ ਦਾ ਹਰ ਸਮਾਨ ਮੌਜੂਦ ਹੈ, ਇਸ ਲਈ ਘਰ ਵਿੱਚੋਂ ਭੱਜਣ ਦੀ ਕੋਸ਼ਿਸ਼ ਵੀ ਨਾ ਕਰੀਂ। ਤੈਨੂੰ ਹਰ ਚੀਜ਼ ਇੱਥੇ ਮਿਲ ਜਾਵੇਗੀ, ਤੇਰੇ ਕੱਪੜੇ, ਸਾਰਾ ਸਮਾਨ ਇੱਥੇ ਮੌਜੂਦ ਹੈ। ਇਹ ਚਿੱਠੀ ਪੜ੍ਹ ਕੇ ਮੈਂ ਬਹੁਤ ਜ਼ਿਆਦਾ ਹੈਰਾਨ ਹੋ ਕੇ ਭੱਜ ਕੇ ਕਮਰੇ ਵਿੱਚ ਗਈ। ਉੱਥੇ ਜਾ ਕੇ ਅਲਮਾਰੀ ਵਿੱਚ ਦੇਖਿਆ ਤਾਂ ਸੱਚਮੁੱਚ ਹੀ ਉੱਥੇ ਮੇਰੇ ਕੱਪੜੇ ਰੱਖੇ ਹੋਏ ਸਨ ਅਤੇ ਮੇਰੀ ਜ਼ਰੂਰਤ ਦੀ ਹਰ ਚੀਜ਼ ਪਈ ਸੀ। ਇੱਥੋਂ ਤੱਕ ਕਿ ਜੋ ਕੱਪੜੇ ਮੇਰੀ ਮੰਮੀ ਨੇ ਮੈਨੂੰ ਦਹੇਜ ਵਿੱਚ ਦਿੱਤੇ ਸਨ, ਉਹ ਵੀ ਇੱਥੇ ਹੀ ਰੱਖੇ ਹੋਏ ਸਨ। ਮੈਨੂੰ ਇਹ ਗੱਲ ਬਿਲਕੁਲ ਵੀ ਸਮਝ ਨਹੀਂ ਆ ਰਹੀ ਸੀ ਕਿ ਉਸ ਇਨਸਾਨ ਨੇ ਮੈਨੂੰ ਅਗਵਾ ਕਿਉਂ ਕੀਤਾ ਸੀ ਅਤੇ ਮੈਨੂੰ ਇਸ ਘਰ ਵਿੱਚ ਕਿਉਂ ਰੱਖਿਆ ਸੀ। ਮੈਂ ਇੱਥੋਂ ਭੱਜਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਦਰਵਾਜ਼ੇ ਨੂੰ ਬਹੁਤ ਵੱਡਾ ਜਿੰਦਾ ਲੱਗਿਆ ਹੋਇਆ ਸੀ ਅਤੇ ਖਿੜਕੀਆਂ ਬਾਹਰ ਤੋਂ ਬੰਦ ਸਨ। ਉਸ ਘਰ ਦੀਆਂ ਕੰਧਾਂ ਵੀ ਬਹੁਤ ਉੱਚੀਆਂ ਸਨ। ਮੈਂ ਚਾਹ ਕੇ ਵੀ ਉਹਨਾਂ ਨੂੰ ਟੱਪ ਨਹੀਂ ਸਕਦੀ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਫਿਰ ਇੱਕ ਰਾਤ ਮੈਨੂੰ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਆਈ, ਜਿਵੇਂ ਕੋਈ ਬਾਹਰ ਦਾ ਦਰਵਾਜ਼ਾ ਖੋਲ੍ਹ ਕੇ ਘਰ ਵਿੱਚ ਆਇਆ ਹੋਵੇ। ਉਹ ਇਨਸਾਨ ਜੋ ਕੋਈ ਵੀ ਸੀ, ਉਸਨੇ ਕਾਲੇ ਰੰਗ ਦਾ ਨਕਾਬ ਪਾਇਆ ਹੋਇਆ ਸੀ। ਉਸਨੇ ਘਰ ਵਿੱਚ ਆ ਕੇ ਰਾਸ਼ਨ ਅਤੇ ਕੁਝ ਜ਼ਰੂਰਤ ਦਾ ਸਮਾਨ ਰੱਖ ਦਿੱਤਾ। ਮੈਂ ਉਸਨੂੰ ਕਿਹਾ, ਤੁਸੀਂ ਕੌਣ ਹੋ? ਤਾਂ ਉਸਨੇ ਮੈਨੂੰ ਝਿੜਕ ਕੇ ਚੁੱਪ ਕਰਵਾ ਦਿੱਤਾ ਅਤੇ ਕਿਹਾ, ਮੇਰੇ ਤੋਂ ਦੂਰ ਰਹਿ। ਮੈਨੂੰ ਉਸਦੀ ਆਵਾਜ਼ ਕੁਝ ਜਾਣੀ ਪਛਾਣੀ ਲੱਗੀ, ਤਾਂ ਮੈਂ ਕਿਹਾ, ਮੈਨੂੰ ਲੱਗਦਾ ਹੈ ਮੈਂ ਤੁਹਾਨੂੰ ਜਾਣਦੀ ਹਾਂ, ਤੁਸੀਂ ਕੌਣ ਹੋ? ਤਾਂ ਉਸਨੇ ਕਿਹਾ, ਸਮਾਂ ਆਉਣ 'ਤੇ ਤੈਨੂੰ ਸਭ ਕੁਝ ਪਤਾ ਲੱਗ ਜਾਵੇਗਾ ਕਿ ਮੈਂ ਕੌਣ ਹਾਂ। ਫਿਲਹਾਲ ਤੂੰ ਚੁੱਪਚਾਪ ਇਸ ਘਰ ਵਿੱਚ ਰਹਿ। ਮੈਂ ਪੁੱਛਿਆ, ਤੂੰ ਮੈਨੂੰ ਬਿਨਾਂ ਵਜ੍ਹਾ ਇਸ ਘਰ ਵਿੱਚ ਕਿਉਂ ਰੱਖ ਰਿਹਾ ਹੈ? ਮੇਰਾ ਆਪਣਾ ਘਰ ਵੀ ਹੈ। ਪਰ ਉਸਨੇ ਮੇਰੀ ਇੱਕ ਵੀ ਗੱਲ ਨਹੀਂ ਸੁਣੀ ਅਤੇ ਵਾਪਸ ਚਲਾ ਗਿਆ। ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਹ ਆਦਮੀ ਆਵਾਜ਼ ਬਦਲ ਕੇ ਗੱਲ ਕਰ ਰਿਹਾ ਸੀ, ਇਸ ਲਈ ਮੈਂ ਉਸਦੇ ਬੋਲਣ ਦਾ ਅੰਦਾਜ਼ ਪਛਾਣ ਨਹੀਂ ਪਾ ਰਹੀ ਸੀ। ਇਸ ਤਰ੍ਹਾਂ ਕੁਝ ਦਿਨ ਮੈਂ ਉਸ ਘਰ ਵਿੱਚ ਇਕੱਲੀ ਨੇ ਗੁਜ਼ਾਰ ਦਿੱਤੇ, ਕਿਉਂਕਿ ਉਹ ਆਦਮੀ ਹਫ਼ਤੇ ਦਾ ਰਾਸ਼ਨ ਦੇ ਕੇ ਗਿਆ ਸੀ। ਇਸ ਲਈ ਇੱਕ ਹਫ਼ਤੇ ਤੱਕ ਤਾਂ ਉਸਦੇ ਆਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਪਰ ਅੱਜ ਪੂਰਾ ਹਫ਼ਤਾ ਹੋ ਗਿਆ ਸੀ ਅਤੇ ਹੁਣ ਉਹ ਆਵੇਗਾ। ਇਸ ਲਈ ਮੈਂ ਇਸ ਵਾਰ ਚੁਕੰਨੀ ਹੋ ਕੇ ਬੈਠ ਗਈ। ਮੈਂ ਸੋਚ ਲਿਆ ਸੀ ਕਿ ਮੈਂ ਇਸ ਵਾਰ ਉਸ ਦਾ ਪਤਾ ਲਗਾ ਕੇ ਹੀ ਰਹਾਂਗੀ। ਰਾਤ ਦੇ ਕਰੀਬ 12 ਤੋਂ 1 ਵੱਜ ਰਹੇ ਸਨ। ਘਰ ਦਾ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਆਈ ਤਾਂ ਮੈਂ ਆਪਣੇ ਹੱਥ ਵਿੱਚ ਇੱਕ ਵੱਡਾ ਡੰਡਾ ਫੜ ਲਿਆ। ਜਿਵੇਂ ਹੀ ਉਹ ਆਦਮੀ ਰਾਸ਼ਨ ਲੈ ਕੇ ਆਇਆ ਤਾਂ ਮੈਂ ਬਹੁਤ ਜ਼ੋਰ ਨਾਲ ਉਸਦੇ ਸਿਰ 'ਤੇ ਡੰਡਾ ਮਾਰਿਆ। ਡੰਡਾ ਲੱਗਣ ਕਰਕੇ ਉਹ ਦਰਦ ਨਾਲ ਚੀਕਾਂ ਮਾਰਨ ਲੱਗਾ ਅਤੇ ਉਸਦੇ ਹੱਥ ਵਿੱਚੋਂ ਸਾਰਾ ਸਮਾਨ ਫਰਸ਼ 'ਤੇ ਹੀ ਗਿਰ ਗਿਆ। ਮੈਂ ਫਟਾਫਟ ਦਰਵਾਜ਼ਾ ਬੰਦ ਕਰ ਦਿੱਤਾ, ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਉਹ ਬਾਹਰ ਚਲਾ ਜਾਵੇ। ਜਦੋਂ ਮੈਂ ਉਸਦੇ ਚਿਹਰੇ ਤੋਂ ਨਕਾਬ ਹਟਾਇਆ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਉਹ ਕੋਈ ਹੋਰ ਨਹੀਂ ਬਲਕਿ ਮੇਰਾ ਪਤੀ ਸੀ, ਜਿਸ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ ਸੀ। ਮੇਰੇ ਨਾਲ ਧੋਖਾ ਹੋਇਆ ਸੀ, ਇੰਨਾ ਵੱਡਾ ਧੋਖਾ, ਪਰ ਉਹਨਾਂ ਨੇ ਮੇਰੇ ਨਾਲ ਇਹ ਧੋਖਾ ਕਿਉਂ ਕੀਤਾ ਸੀ? ਮੈਂ ਹੈਰਾਨੀ ਵਿੱਚ ਸੀ। ਮੇਰੇ ਪਤੀ ਨੇ ਆਪਣੀ ਮੌਤ ਦਾ ਡਰਾਮਾ ਆਪ ਹੀ ਰਚਿਆ ਸੀ। ਮੈਂ ਉਸ ਨੂੰ ਲੈ ਕੇ ਅੰਦਰ ਚਲੀ ਗਈ ਅਤੇ ਕਿਹਾ, ਹੁਣ ਇਹ ਡਰਾਮਾ ਕਰਨ ਦਾ ਕੋਈ ਫਾਇਦਾ ਨਹੀਂ ਹੈ। ਮੈਨੂੰ ਪੂਰਾ ਸੱਚ ਦੱਸੋ। ਜੇਕਰ ਤੁਸੀਂ ਮੈਨੂੰ ਸੱਚ ਨਾ ਦੱਸਿਆ ਤਾਂ ਮੈਂ ਹਮੇਸ਼ਾ ਲਈ ਤੁਹਾਨੂੰ ਛੱਡ ਕੇ ਚਲੀ ਜਾਵਾਂਗੀ। ਤਾਂ ਉਹ ਕਹਿਣ ਲੱਗਿਆ, ਨਹੀਂ, ਤੂੰ ਅਜਿਹਾ ਨਾ ਕਹਿ। ਇਸ ਦੁਨੀਆ ਵਿੱਚ ਇਕੱਲੀ ਤੂੰ ਹੀ ਮੇਰੀ ਆਪਣੀ ਹੈ। ਮੈਂ ਇਹ ਸਭ ਕੁਝ ਬਹੁਤ ਮਜਬੂਰੀ ਵਿੱਚ ਕਰ ਰਿਹਾ ਹਾਂ। ਮੈਂ ਪੁੱਛਿਆ, ਅਜਿਹੀ ਵੀ ਕਿਹੜੀ ਮਜਬੂਰੀ ਆ ਗਈ ਸੀ ਜਿਸ ਕਰਕੇ ਤੁਹਾਨੂੰ ਆਪਣੀ ਮੌਤ ਦਾ ਡਰਾਮਾ ਕਰਨਾ ਪਿਆ?
ਤਾਂ ਉਸਨੇ ਕਿਹਾ, ਮੈਂ ਵੀ ਤੇਰੀ ਤਰ੍ਹਾਂ ਇੱਕ ਬਹੁਤ ਗਰੀਬ ਘਰ ਨਾਲ ਸੰਬੰਧ ਰੱਖਦਾ ਹਾਂ। ਮੇਰੇ ਪੈਦਾ ਹੁੰਦੇ ਹੀ ਮੇਰੀ ਮਾਂ ਮਰ ਗਈ ਸੀ। ਉਸ ਤੋਂ ਬਾਅਦ ਮੇਰੇ ਪਾਪਾ ਨੇ ਹੀ ਮੈਨੂੰ ਪਾਲਿਆ ਪੋਸਿਆ ਸੀ। ਸਾਡੀ ਇੱਕ ਕਾਸਮੈਟਿਕ ਦੀ ਦੁਕਾਨ ਸੀ। ਇਹ ਦੁਕਾਨ ਹੀ ਸਾਡੀ ਗੁਜ਼ਰ ਬਸਰ ਦਾ ਸਹਾਰਾ ਸੀ ਅਤੇ ਮੇਰੀ ਪੜ੍ਹਾਈ ਦਾ ਖਰਚਾ ਵੀ ਸਾਡੀ ਦੁਕਾਨ ਤੋਂ ਹੀ ਚੱਲਦਾ ਸੀ। ਪਰ ਇੱਕ ਦਿਨ ਪੁਲਿਸ ਸਾਡੀ ਦੁਕਾਨ 'ਤੇ ਆਈ ਅਤੇ ਮੇਰੇ ਪਾਪਾ ਨੂੰ ਕਿਹਾ ਕਿ ਉਹ ਜਾਲੀ ਕਾਸਮੈਟਿਕ ਵੇਚਦੇ ਹਨ ਅਤੇ ਉਹ ਮੇਰੇ ਪਾਪਾ ਨੂੰ ਫੜ ਕੇ ਲੈ ਗਏ। ਸਾਡੀ ਦੁਕਾਨ ਹਮੇਸ਼ਾ ਲਈ ਸੀਜ਼ ਕਰ ਦਿੱਤੀ ਗਈ ਅਤੇ 5 ਲੱਖ ਦਾ ਜੁਰਮਾਨਾ ਲਗਾ ਦਿੱਤਾ ਗਿਆ। ਮੇਰੇ ਪਾਪਾ ਜ਼ਿਆਦਾ ਤੋਂ ਜ਼ਿਆਦਾ 1 ਲੱਖ ਰੁਪਇਆ ਜੁਰਮਾਨਾ ਹੀ ਦੇ ਸਕੇ। ਉਸ ਤੋਂ ਬਾਅਦ ਉਹਨਾਂ ਨੂੰ ਜੁਰਮਾਨਾ ਭਰਨ ਲਈ ਕਰਜ਼ਾ ਚੁੱਕਣਾ ਪਿਆ। ਪੁਲਿਸ ਦਾ ਜੁਰਮਾਨਾ ਤਾਂ ਅਸੀਂ ਦੇ ਦਿੱਤਾ, ਪਰ ਕਰਜ਼ੇ ਨੇ ਸਾਨੂੰ ਜਕੜ ਲਿਆ, ਕਿਉਂਕਿ ਜੋ 4 ਲੱਖ ਰਕਮ ਸੀ ਤਾਂ ਉਸਦਾ 3.5 ਲੱਖ ਰੁਪਏ ਵਿਆਜ ਹੋ ਚੁੱਕਿਆ ਸੀ। ਕੁੱਲ ਮਿਲਾ ਕੇ 8.5 ਲੱਖ ਕਰਜ਼ਾ ਅਸੀਂ ਦੇਣਾ ਸੀ। ਮੇਰੇ ਪਾਪਾ ਨੇ ਅੱਧਾ ਕਰਜ਼ਾ ਚੁਕਾ ਦਿੱਤਾ, ਪਰ ਬਾਕੀ ਰਕਮ ਉਹ ਨਹੀਂ ਦੇ ਸਕੇ ਅਤੇ ਉਹਨਾਂ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਮੇਰੀ ਜ਼ਿੰਦਗੀ ਵਿੱਚੋਂ ਸਾਰੀਆਂ ਖੁਸ਼ੀਆਂ ਲੈ ਗਿਆ ਅਤੇ ਬਾਕੀ ਦਾ ਕਰਜ਼ਾ ਲੈਣ ਲਈ ਬੈਂਕ ਵਾਲੇ ਮੇਰੇ ਪਿੱਛੇ ਪੈ ਗਏ। ਸਾਡਾ ਮਕਾਨ ਤਾਂ ਪਹਿਲਾਂ ਹੀ ਬੈਂਕ ਵਾਲਿਆਂ ਨੇ ਕਬਜ਼ੇ ਵਿੱਚ ਲੈ ਲਿਆ ਸੀ ਅਤੇ ਹੁਣ ਉਹ ਚਾਹੁੰਦੇ ਸਨ ਕਿ ਮੈਂ ਸਾਰਾ ਕਰਜ਼ਾ ਉਤਾਰਾਂ, ਪਰ ਮੇਰੇ ਕੋਲ ਇੰਨੇ ਪੈਸੇ ਨਹੀਂ ਸਨ। ਇਸ ਲਈ ਮੈਂ ਘਰ ਤੋਂ ਭੱਜ ਗਿਆ ਤੇ ਤੁਹਾਡੇ ਮੁਹੱਲੇ ਵਿੱਚ ਆ ਕੇ ਰਹਿਣ ਲੱਗਿਆ ਅਤੇ ਇੱਥੇ ਆ ਕੇ ਮੈਨੂੰ ਪਤਾ ਚੱਲਿਆ ਕਿ ਤੁਸੀਂ ਵੀ ਇਸੇ ਕਰਜ਼ੇ ਕਰਕੇ ਪਰੇਸ਼ਾਨ ਹੋ। ਇਸ ਲਈ ਮੈਨੂੰ ਤੇਰੀ ਮੰਮੀ ਨਾਲ ਲਗਾਓ ਮਹਿਸੂਸ ਹੋਣ ਲੱਗਿਆ, ਪਰ ਮੈਨੂੰ ਨਹੀਂ ਪਤਾ ਸੀ ਕਿ ਕਿਸਮਤ ਮੈਨੂੰ ਇੱਥੇ ਲੈ ਆਵੇਗੀ, ਕਿ ਮੇਰਾ ਵਿਆਹ ਤੇਰੇ ਨਾਲ ਹੋ ਜਾਵੇਗਾ। ਜਦੋਂ ਮੈਂ ਆਪਣੇ ਨਵੇਂ ਘਰ ਵਿੱਚ ਰਹਿਣ ਲੱਗਿਆ ਤਾਂ ਕਰਜ਼ਾ ਲੈਣ ਵਾਲੇ ਉੱਥੇ ਵੀ ਪਹੁੰਚ ਗਏ ਅਤੇ ਮੈਨੂੰ ਬਹੁਤ ਪਰੇਸ਼ਾਨ ਕਰਨ ਲੱਗੇ। ਇਸ ਸਭ ਤੋਂ ਪਰੇਸ਼ਾਨ ਹੋ ਕੇ ਹੀ ਮੈਂ ਆਪਣੀ ਮੌਤ ਦਾ ਡਰਾਮਾ ਰਚਿਆ। ਇਸ ਲਈ ਮੇਰੀ ਮੌਤ ਦੀ ਖਬਰ ਸੁਣ ਕੇ ਉਹ ਲੋਕ ਠੰਡੇ ਪੈ ਗਏ, ਪਰ ਮੈਨੂੰ ਤੇਰੀ ਵੀ ਫਿਕਰ ਸੀ। ਇਸ ਲਈ ਮੈਂ ਤੇਰੇ ਘਰ ਫਕੀਰ ਬਾਬਾ ਬਣ ਕੇ ਆਉਂਦਾ ਸੀ ਕਿ ਤੂੰ ਰਾਤ ਦੇ ਸਮੇਂ ਸ਼ਮਸ਼ਾਨ ਘਾਟ ਵਿੱਚ ਆ ਜਾਵੇਂ। ਮੈਂ ਤੈਨੂੰ ਉੱਥੋਂ ਬਿਨਾਂ ਕਿਸੇ ਰੁਕਾਵਟ ਦੇ ਆਸਾਨੀ ਨਾਲ ਚੁੱਕ ਕੇ ਲੈ ਜਾਵਾਂਗਾ। ਮੈਂ ਕਿਹਾ, ਜੇਕਰ ਤੁਸੀਂ ਮੈਨੂੰ ਇੱਥੇ ਲੈ ਹੀ ਆਏ ਸੀ ਤਾਂ ਫਿਰ ਮੈਨੂੰ ਦੱਸਿਆ ਕਿਉਂ ਨਹੀਂ ਕਿ ਤੁਸੀਂ ਜਿਉਂਦੇ ਹੋ? ਮੇਰਾ ਕਿਤੇ ਵੀ ਆਉਣਾ ਜਾਣਾ ਬੰਦ ਕਿਉਂ ਕਰ ਦਿੱਤਾ ਸੀ? ਮੇਰੇ ਪਤੀ ਨੇ ਕਿਹਾ, ਕਿਉਂਕਿ ਮੈਂ ਚਾਹੁੰਦਾ ਸੀ ਜਦੋਂ ਤੱਕ ਮੈਂ ਬੈਂਕ ਦਾ ਸਾਰਾ ਕਰਜ਼ਾ ਨਾ ਦੇ ਦੇਵਾਂ ਉਦੋਂ ਤੱਕ ਮੇਰੀ ਮੌਤ ਦਾ ਰਾਜ ਇੱਕ ਰਾਜ ਹੀ ਰਹਿਣਾ ਚਾਹੀਦਾ ਹੈ। ਮੈਂ ਕਸਮ ਖਾਈ ਸੀ ਕਿ ਕਿਸੇ ਨੂੰ ਵੀ ਪਤਾ ਨਹੀਂ ਲੱਗਣ ਦੇਵਾਂਗਾ ਕਿ ਮੈਂ ਹਲੇ ਜਿਉਂਦਾ ਹਾਂ, ਫਿਰ ਚਾਹੇ ਉਹ ਮੇਰੀ ਪਤਨੀ ਹੀ ਕਿਉਂ ਨਾ ਹੋਵੇ। ਮੇਰਾ ਮੰਨਣਾ ਹੈ ਕਿ ਰਾਜ ਸਿਰਫ ਆਪਣੇ ਪੇਟ ਦਾ ਹੀ ਹੁੰਦਾ ਹੈ। ਜੇਕਰ ਦੂਜਿਆਂ ਦੇ ਸਾਹਮਣੇ ਖੁੱਲ੍ਹ ਜਾਵੇ ਤਾਂ ਉਹ ਰਾਜ ਨਹੀਂ ਰਹਿੰਦਾ। ਹੌਲੀ ਹੌਲੀ ਉਸ ਰਾਜ ਤੋਂ ਪਰਦਾ ਉੱਠਦਾ ਚਲਾ ਜਾਂਦਾ ਹੈ ਅਤੇ ਉਂਝ ਵੀ ਬੈਂਕ ਵਾਲੇ ਤੇਰੀ ਤਲਾਸ਼ ਕਰ ਰਹੇ ਸਨ। ਮੈਨੂੰ ਅਤੇ ਮੇਰੇ ਪਾਪਾ ਨੂੰ ਪਰੇਸ਼ਾਨ ਕਰਨ ਤੋਂ ਬਾਅਦ ਉਹਨਾਂ ਦਾ ਅਗਲਾ ਨਿਸ਼ਾਨਾ ਤੂੰ ਸੀ। ਮੇਰੀ ਮੌਤ ਤੋਂ ਬਾਅਦ ਉਹ ਸਾਰਾ ਪੈਸਾ ਤੇਰੇ ਤੋਂ ਕਢਵਾਉਣਾ ਚਾਹੁੰਦੇ ਸਨ। ਇਸ ਲਈ ਮੈਂ ਤੈਨੂੰ ਉੱਥੋਂ ਕਿਡਨੈਪ ਕਰ ਲਿਆ ਅਤੇ ਇੱਥੇ ਲੁਕੋ ਕੇ ਰੱਖਿਆ ਤਾਂ ਜੋ ਉਹ ਲੋਕ ਤੇਰੇ ਤੱਕ ਨਾ ਪਹੁੰਚ ਸਕਣ। ਮੈਂ ਹੌਲੀ ਹੌਲੀ ਸਾਰਾ ਕਰਜ਼ਾ ਉਤਾਰ ਦੇਵਾਂਗਾ। ਆਪਣੇ ਪਤੀ ਦੀਆਂ ਇਹ ਗੱਲਾਂ ਸੁਣ ਕੇ ਮੈਂ ਉਦਾਸ ਹੋ ਗਈ। ਸੱਚਮੁੱਚ ਹੀ ਇਹ ਕਰਜ਼ ਬਹੁਤ ਵੱਡੀ ਬਿਮਾਰੀ ਹੈ। ਇਹ ਕਿੰਨੀਆਂ ਜ਼ਿੰਦਗੀਆਂ ਨੂੰ ਬਰਬਾਦ ਕਰ ਦਿੰਦਾ ਹੈ। ਇਨਸਾਨ 2 ਸਮੇਂ ਦੀ ਰੁੱਖੀ ਸੁੱਕੀ ਰੋਟੀ ਖਾ ਲਵੇ, ਪਰ ਕਦੇ ਵੀ ਕਰਜ਼ ਦੀ ਦਲਦਲ ਵਿੱਚ ਛਾਲ ਨਾ ਮਾਰੇ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਓ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।